course French speaking ਤੇ ਫੋਕਸ ਹੁਣ ਕਾਫੀ ਹੁਣ ਚੱਲ ਰਿਹਾ ਲੈ ਹੁਣ ਮੇਰੇ ਗ੍ਰੈਂਡਫਾਦਰ ਆ ਉਹਨੂੰ ਫ੍ਰੈਂਚ ਸਿਖਾਵਾਂ ਹੁਣ ਮੈਂ ਸਾਡੇ ਕਮਿਊਨਿਟੀ ਵਿੱਚ ਉਹ ਕੋਸ਼ਿਸ਼ ਕਰ ਰਹੇ ਨੇ ਫ੍ਰੈਂਚ ਸਿੱਖਣ ਦੀ Yeah. ਦੈਟਸ ਗੁੱਡ ਇਟਸ ਇੰਟਰਸਟਿੰਗ ਕਿਉਂਕਿ ਨਹੀਂ ਇਹ ਚੰਗੀ ਗੱਲ ਆ ਲੋਕ ਕਾਫੀ ਸੀਰੀਅਸ ਹੈਗੇ ਨੇ ਕਿਉਂਕਿ ਫ੍ਰੈਂਚ ਸਪੀਕਿੰਗ ਦਾ ਜੋ ਹੁਣ ਡਰਾਜ਼ ਨਿਕਲ ਰਹੇ ਨੇ ਇਟਸ ਅ ਲੋਟ ਦ ਫ੍ਰੈਂਚ ਇਜ਼ ਗੋਇੰ ਟੂ ਗੋ ਅ ਲੌਂਗ ਵੇ ਜੇ ਤੁਸੀਂ Okay. ਸੈਕਸ਼ਨ ਦੇ ਬਾਰੇ ਸੋਚਦੇ ਨੇ ਹੁਣ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੋਈ ਸਾਈ ਆਫ ਰਿਲੀਫ ਲੈਣ ਨੂੰ ਮਿਲੇਗਾ ask me next month ਜੇ ਕੋਈ ਇੱਥੇ ਡਿਪਲੋਮਾ ਕੋਰਸ ਕਰਨਾ ਚਾਹੁੰਦੇ ਨੇ right then I don't think they're going to get any benefits anymore ਤੁਸੀਂ ਇੱਥੇ ਆ ਕੇ 2 ਸਾਲ ਦਾ ਡਿਪਲੋਮਾ ਖਤਮ ਕਰ ਲਓ ਉਸ ਤੋਂ ਬਾਅਦ ਸ਼ਾਇਦ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਿਲ ਸਕਦੀ ਹੈ as long as ਤੁਸੀਂ ਪ੍ਰੋਪਰ ਫੀਲਡ ਵਿੱਚ ਸਟੱਡੀ ਕਰਦੇ ਨੇ ਇਹਨਾਂ ਦੇ ਕੋਲ ਕੋਈ ਪਲਾਨ ਹੈ ਜਿਹੜਾ ਪੇਰੈਂਟਸ ਗ੍ਰੈਂਡ ਪੇਰੈਂਟਸ ਦਾ ਸਪਾਊਸ ਕੈਟਾਗਰੀ ਜਾਂ ਫੈਮਿਲੀ ਰੂਈ ਕਿਉਂ 2020 ਤੋਂ ਬਾਅਦ ਤਾਂ ਗੱਲ ਹੀ ਨਹੀਂ ਹੋਈ ਕਿਸੇ ਦੀ ਇਮੀਗ੍ਰੇਸ਼ਨ ਨੂੰ ਸਸਟੇਨੇਬਲ ਲੈਵਲ ਤੇ ਲਿਆਵਾਂਗੇ ਤਾਂ ਵਿਚ ਲੈਵਲ ਇਜ਼ ਸਸਟੇਨੇਬਲ ਲੈਵਲ ਜੋ ਰੈਫਿਊਜੀ ਸਿਸਟਮ ਹੈਗਾ I can tell you that's almost 3 lakh backlog chal raha that's 3 ਲੱਖ 300,000 Wow. applications ਕਾਫੀ ਹੁਣ focus deportation ਤੇ ਉੱਤੇ ਹੁਣ ਬਣ ਰਹੀ ਆ refugee claims ਉਹ ਹਾਰ ਰਹੇ ਨੇ ਛੇਤੀ ਨਿਕਾਲਣ ਦਾ ਕੋਸ਼ਿਸ਼ ਇਹ ਸਿਸਟਮਸ ਹੁਣ ਬਣ ਰਹੇ ਨੇ I can tell you from experience ਅਸਾਈਲਮ ਸੀਕਰਸ ਵਾਸਤੇ ਰੈਫਿਊਜੀਜ਼ ਵਾਸਤੇ ਜਿਹੜੀ ਲੀਗਲ ਏਡ ਦਾ ਸਿਸਟਮ ਸੀਗਾ ਇਹਨਾਂ ਦਾ ਉਹਦੇ ਵਾਸਤੇ ਵੀ ਕੋਈ ਪਲਾਨ ਹੈ ਜੀ ਪ੍ਰੋਗਰਾਮ ਦੇ ਅੱਜ ਦੇ ਇਸ ਹਿੱਸੇ ਵਿੱਚ ਸਾਡੇ ਨਾਲ ਐਡਵੋਕੇਟ ਜਤਿਨ ਸ਼ੋਰੀ ਜੀ ਸ਼ਾਮਲ ਹੋ ਰਹੇ ਨੇ ਇਮੀਗ੍ਰੇਸ਼ਨ ਮਾਮਲਿਆਂ ਦੇ ਮਾਹਿਰ ਵਕੀਲ ਨੇ ਤੇ ਸਰਕਾਰ ਬਦਲ ਗਈ ਹੈ ਇਮੀਗ੍ਰੇਸ਼ਨ ਪਾਲਿਸੀਜ਼ ਦੇ ਵਿੱਚ ਵੀ ਤਬਦੀਲੀ ਆਏਗੀ ਇਸ ਇਸ਼ੂ ਨੂੰ ਲੈ ਕੇ ਅੱਜ ਦੀ ਚਰਚਾ ਉਹਨਾਂ ਦੇ ਨਾਲ ਕਰਾਂਗੇ ਜਤਨ ਜੀ ਤੁਹਾਡਾ ਬਹੁਤ ਸਵਾਗਤ ਜੀ ਆਇਆਂ ਨੂੰ ਵੈਰੀ ਗੁੱਡ ਮਾਰਨਿੰਗ ਵੈਲਕਮ good morning it's a very big day today ਵੈਰੀ ਬਿਗ ਡੇ ਮੈਂ ਸੋਚੀ ਜਾਣਾ ਵੀ ਮੈਂ ਆਈ ਗੋਟ ਅਪ ਐਟ 4:30 ਇਨ ਦ ਮਾਰਨਿੰਗ ਯੈਸਟਰਡੇ wow ਤੇ ਮੈਂ ਉਦੋਂ ਦਾ ਹੀ ਜਾਗਦਾ I couldn't ਕਿਉਂਕਿ ਮੈਂ ਰਾਤ ਮੈਂ ਕੋਸ਼ਿਸ਼ ਕਰ ਰਹੀ ਸੀ I think ਮੈਂ ਤਾਂ 12-1 ਵਜੇ ਤੱਕ ਮੈਂ ਕੋਸ਼ਿਸ਼ ਕਰ ਰਹੀ ਸੀ ਮੈਂ eventually I fell asleep but 12 ਵਜੇ ਤੱਕ ਤਾਂ ਮੈਂ ਇੱਥੇ ਸੀ yeah ਫਿਰ ਅਸੀਂ ਰੋਟੀ ਖਾਣ ਲੱਗ ਪਏ ਜੀ ਇੱਥੇ ਬੈਠ ਕੇ 12:30 ਵੱਜ ਗਏ ਘਰ ਪਹੁੰਚਦਿਆਂ ਨੂੰ 1 ਵੱਜ ਗਿਆ ਫਿਰ ਕਿਉਂਕਿ ਰਿਜ਼ਲਟ ਨਹੀਂ ਸੀ ਕਲੀਅਰ ਹੋਏ ਉਹ ਬੈਠ ਕੇ ਦੇਖਣ ਲੱਗ ਪਏ 2 ਵੱਜ ਗਏ even now I guess right ਹਜੇ ਵੀ final results ਨਹੀਂ ਮਿਲੇ ਨੇ but I think ਨਹੀਂ ਜੀ ਅਜੇ ਵੀ ਨਹੀਂ ਆਏ obviously we know liberal government ਤਾਂ ਬਣ ਗਿਆ that's pretty much about it ਮੈਨੂੰ ਇਹ ਵੀ ਲੱਗਦਾ ਜਤਿਨ ਜੀ ਕਿ ਮੇਬੀ ਕਪਲ ਆਫ ਆਵਰਸ ਦੇ ਵਿੱਚ ਲਿਬਰਲਸ ਕੈਨ ਗ੍ਰੈਬ ਮੈਜੋਰਿਟੀ just 4 seats you know ਇੱਥੇ ਆਉਣ ਤੋਂ ਪਹਿਲੇ ਮੈਂ I was curious ਮੈਂ online ਦੇਖ ਰਿਹਾ ਸੀ ਕਿ what's the projections right now and ਜੇ ਅਸੀਂ CBC ਦੇ ਦੇਖਦੇ ਨੇ I think ਉਹ ਕਹਿ ਰਹੇ ਸੀ ਕਿ they're projecting 168 I think ਹਾਂਜੀ 172 ਚਾਹੀਦੇ 72 4 ਸੀਟਾਂ ਸ਼ਾਰਟ ਆ so you don't I agree ਕਿ ਜਿਹੜੇ ਹੁਣ ਹੋ ਸਕਦਾ for sure 12 ਸੀਟਾਂ ਇੰਪੈਕਟ ਹੋ ਰਹੀਆਂ ਨੇ yeah ਸੋ ਲੈਟਸ ਸੀ ਕਿ 12 ਦੇ ਵਿੱਚੋਂ ਜੇ 4 ਇਹਨਾਂ ਨੂੰ ਆ ਗਈਆਂ ਤਾਂ ਮੈਜੋਰਿਟੀ ਵੀ ਬਣ ਜਾਏਗੀ ਫਿਰ ਜੇ majority ਬਣ ਗਿਆ I mean I guess the positive thing is that we say stability, right? At least 4 ਸਾਲ ਦੇ ਉਹਨਾਂ ਕੋਲ ਮੌਕਾ ਹੋਰ ਮਿਲੂਗਾ hopefully to fix some things that they messed up a little bit. So as an immigration lawyer, ਤੁਸੀਂ how do you look at the results? ਮੈਂ ਤੁਹਾਡੇ ਕੋਲ ਕਮੈਂਟ ਲੈ ਰਿਹਾ Yeah, no, I know and look as an immigration lawyer ਜਦੋਂ ਅਸੀਂ ਦੇਖਦੇ ਨੇ and just looking at ਜੋ ਪਿਛਲੇ let's say 2-3 ਹਫ਼ਤੇ ਦਾ ਜੋ ਗੱਲਾਂ ਚੱਲਦੇ ਸੀ in the political world I think it's not a surprise ਕਿ Alberta ਦੇ ਵਿੱਚ ਹੁਣ ਹਾਲਤ ਇੱਦਾਂ ਬਣ ਗਿਆ that it's purely conservative just about right majority conservative and Saskatchewan ਦੇ ਵਿੱਚ ਵੀ I think I guess my dad be at TIC last week and unhone ehi kiha si ke it looks like Alberta and Saskatchewan will be going conservative and that is the reality that we see today so clearly Jimmy Alberta the observation karta they're quite Albertans are making a statement I think ਉਹਨਾਂ ਨੇ ਕਿਹਾ ਸੀ ਕਿ ਸਸਕੈਚੁਅਨ ਐਂਡ ਅਲਬਰਟਾ ਤਾਂ ਸਾਡੀ ਜੇਬ 'ਚ ਆ ਸਾਡੀ ਜੇਬ 'ਚ that's right and it is ਦੇਖੋ ਨਾ out of they have got 34 out of 37 yeah no you're absolutely right and again एक statement ਹੁਣ ਬਣ ਗਈ and I am curious to see ਕਿ ਜੋ ਸਾਡੇ federal leaders ਹੁੰਦੇ ਨੇ not just the prime minister but ਜੋ ਮੰਤਰੀ or the ministers ਹੋਣਗੇ
they have to cooperate and work with these provinces. And I imagine कि शुरू ਵਿੱਚ ਥੋੜਾ ਜਿਹਾ ਔਖਾ ਗੱਲ ਬਣੂਗਾ to try and negotiate. ਕੋਰੀ ਹੋਗਨ ਪ੍ਰੋਫੈਸਰ ਜਿੱਤੇ ਨੇ ਕੈਲਗਰੀ ਤੋਂ ਲਿਬਰਲ ਕੈਂਡੀਡੇਟ ਮੇਰੇ ਰਾਈਡਿੰਗ ਦੇ ਵਿੱਚ ਹੈਗੇ ਨੇ ਤੁਹਾਡੀ ਰਾਈਡਿੰਗ ਚ ਹੈ ਵਾਹ ਸੋ ਆਈ ਥਿੰਕ ਹੀ ਵਿਲ ਬੀ ਦੀ ਮਿਨਿਸਟਰ It'd be interesting. I mean, I think Calgary, Edmonton, was there any Liberal minister? Edmonton ਤੋਂ ਵੀ ਜਿੱਤਿਆ ਜੀ ਇੱਕ ਬੰਦਾ Right. ਉਹ ਲੇਡੀ ਆ ਉਹ ਜਿੱਤੀ ਆ Yeah. Edmonton center ਤੋਂ Strategically, it would make sense, right? Naturally, ਜਿੱਥੇ ਇੱਕ Liberal chances candidate. ਹੈ ਕਿ they can have more seats in future. ਪ੍ਰੋਗਰੈਸਿਵ ਵੋਟਰ ਇੱਥੇ ਹੈਗੇ ਆ ਸੋ ਆਈ ਥਿੰਕ ਉਹਦੇ ਰੈਜ਼ਮੇ ਨੂੰ ਦੇਖਦਿਆਂ ਹੋਇਆਂ ਕੋਰੀ ਹੋਗਨ ਵਿਲ ਬੀ ਦੀ ਮੋਰ ਓਵਰ ਹੀ ਇਜ਼ ਮਾਈ ਫਰੈਂਡ Okay, well, there you go. You're not allowed to have liberal friends. No, I'm joking. Anything is on the table in my eyes, right? ਜਦੋਂ ਹੁਣ elections ਖਤਮ ਹੋਣ ਵਾਲੇ ਸੀ ਕਾਫੀ ਲੋਕ ਇਹ ਕਹਿ ਰਹੇ ਸੀ ਕਿ ਜੋ ਵੀ election ਸ਼ੁਰੂ ਹੋਣ ਤੋਂ ਪਹਿਲੇ ਜੋ ministers ਹੈਗੇ ਸੀ chances are many of them will remain in that position ਕਿਉਂਕਿ ਇੱਕ strategy ਸੀ from the prime minister ਕਿ ਅਸੀਂ ਦਿਖਾਣਾ ਚਾਹੁੰਦੇ ਨੇ ਕਿ ਸਾਡਾ ਹੁਣ team ਕੌਣ ਬਣਾਂਗੇ but of course Corey's a new name, right? Corey is new name and then ਕੁਝ ਮੈਂਬਰਸ ਉਹਨਾਂ ਦੇ ਹਾਰ ਵੀ ਗਏ For sure. ਕਮਲ ਖਹਿਰਾ ਹਾਰ ਗਈ ਹੈ Yeah, for sure. ਨੈਚੁਰਲੀ ਕੁਝ ਚੇਂਜਸ ਤਾਂ ਹੋਣਗੀਆਂ ਹੀ No, it has to be. I totally agree. It'll be interesting to see. क्योंकि सब तो hard जो portfolios I think आज जो हो सकते हैं finance, housing, immigration, right? ये तीन जगह ते definitely बहुत बड़ी गल्ला होंगे क्योंकि that was really the main piece of the election. And then I mean सारे यही कह रहे थे कि देखो Trump दी जो involvement हुई थी President Trump. Yeah. ਉਹ ਥੋੜਾ ਜਿਹਾ ਹੁਣ ਗੱਲਾਂ ਨੂੰ shift ਕੀਤਾ ਸੀ ਜੋ focus points ਸੀ up until the last 3-4 weeks. It's true. I mean, now that that's done, yeah, Trump is an issue, but ਹੁਣ ਜੋ ਦੂਜੇ problems ਹੈਗੇ ਨੇ ਉੱਥੇ ਵੀ ਕੋਈ solutions ਲੱਭਣੇ ਪੈਣਗੇ ਸ਼ੋਰੀ ਸਾਹਿਬ ਇਹ ਦੱਸੋ ਕਿ ਮਾਰਕ ਕਾਰਨੀ ਉਹਨਾਂ ਨੇ ਜਿਹੜਾ ਇਮੀਗ੍ਰੇਸ਼ਨ ਤੇ ਆਪਣਾ ਪਲੇਟਫਾਰਮ ਦਿੱਤਾ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਮੀਗ੍ਰੇਸ਼ਨ ਨੂੰ ਸਸਟੇਨੇਬਲ ਲੈਵਲ ਤੇ ਲਿਆਵਾਂਗੇ ਸੋ which level is sustainable level? Well, I mean, according to the current government, ਉਹ ਕਹਿ ਰਹੇ ਨੇ ਕਿ ਅਸੀਂ let's say permanent residents right now ਕਿ permanent residency numbers ਨੂੰ ਉਹ total 1% ਤੋਂ ਘੱਟ ਬਣਾਉਣਾ ਚਾਹੁੰਦੇ ਨੇ ਜਦੋਂ ਅਸੀਂ total population ਦੇਖਦੇ ਨੇ and so ਜੇ ਅਸੀਂ ਹੁਣ levels planning ਦੇਖਦੇ ਨੇ ਅਕਤੂਬਰ ਦੇ ਵਿੱਚ ਉਹਨੇ ਰਿਲੀਜ਼ ਕੀਤਾ ਸੀ ਬੇਸਿਕਲੀ ਇਹ ਦਿਖਾਇਆ ਸੀ ਕਿ up until then ਉਹ ਕਹਿ ਰਹੇ ਸੀ ਕਿ ਅਸੀਂ 5 ਲੱਖ ਬੰਦੇ ਨੂੰ ਹਰ ਸਾਲ ਬੁਲਾਉਣਾ ਚਾਹੁੰਦੇ ਨੇ as permanent residents ਜੀ ਪਰ ਇਹ ਹੁਣ maybe sustainable ਤਾਂ ਨਹੀਂ ਹੈਗਾ ਉਹ ਅਸੀਂ ਦੇਖ ਰਹੇ ਨੇ but ਉਹ ਕਹਿੰਦੇ ਸੀ ਕਿ in the next couple of years they want to bring the numbers down to about 300 and I think 50 or 340 ਇੱਦਾਂ ਕੁਝ ਉਹ ਗੱਲ ਕਰਦੇ ਸੀ and so ਜੇ ਅਸੀਂ total population ਦੇਖਦੇ ਨੇ right we're talking about 30 million 40 million people so ਇੱਦਾਂ ਹੀ ਉਹਨਾਂ ਨੇ calculation ਬਣਵਾਇਆ ਸੀ ਕਿ ਅਸੀਂ 1% ਤੋਂ ਘੱਟ total permanent residency numbers ਬਣਾਉਣਾ ਚਾਹੁੰਦੇ ਨੇ which is interesting ਕਿਉਂਕਿ ਜੇ ਅਸੀਂ ਕੋਵਿਡ ਤੋਂ ਪਹਿਲੇ ਸੋਚਦੇ ਨੇ I think 2 ਲੱਖ ਬੰਦੇ ਹਰ ਸਾਲ ਉਹ levels ਜੋ ਹੁੰਦੇ ਸੀ permanent residency levels ਹੁਣ ਬਣਦਾ ਸੀ but outside of that ਜੇ ਅਸੀਂ temporary residents ਦੀ ਗੱਲ ਕਰਦੇ ਨੇ international students work permit holders ਉਹਨਾਂ ਦਾ ਇਹ ਵੀ ਵਾਅਦਾ ਸੀ ਕਿ ਉਹ 5% ਤੋਂ ਘੱਟ ਜੋ total population ਹੈਗੀ ਹੈ ਬਣਾਉਣਾ ਚਾਹੁੰਦੇ ਨੇ and I think ਅੱਜ ਜੇ ਅਸੀਂ ਦੇਖ ਰਹੇ ਹਾਂ ਉਹ almost 7% ਦਾ levels ਹੁਣ ਹੈਗੇ ਨੇ and of course ਕਾਫੀ ਲੋਕ ਉਸ generation ਦੇ ਹੈਗੇ ਨੇ ਜੋ maybe 2023 ਦੇ ਵਿੱਚ ਆਏ ਸੀ and 2024 ਜੋ ਵੀ ਗੱਲ ਹੈ so I think their plan is ਕਿ ਅੱਗੇ ਦੇਖ ਕਰ ਜੋ admissions ਦਾ ਹੁਣ caps ਉਹਨਾਂ ਨੇ ਬਣਵਾਇਆ ਕਿ ਉਹਨੂੰ ਫੋਲੋ ਕਰਕੇ ਉਹ total numbers ਨੂੰ ਘਟਾ ਸਕਦੇ ਨੇ ਜੀ ਸੋ ਹੁਣ ਜਿਹੜਾ ਟੈਲੈਂਟ ਹੰਟਿੰਗ ਜਿਹੜੀ ਚੱਲਦੀ ਸੀ ਸਾਡੀ ਪਹਿਲਾਂ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਦੱਸੋ ਕਿ ਬੈਸਟ ਟੈਲੈਂਟ ਹੰਟ ਜਿਹੜਾ ਆ ਉਹਦੇ ਵਾਸਤੇ ਕੀ ਪਲਾਨ ਹੈਗਾ ਇਸ ਸਰਕਾਰ ਦਾ ਸਾਡੇ ਕੋਲ ਹੁਣ ਇਮੀਗ੍ਰੇਸ਼ਨ ਸਿਸਟਮ ਵਿੱਚ ਇੱਕ ਪ੍ਰੋਗਰਾਮ ਹੈਗੀ global skills strategy and like the name suggests it's strategy ਹੈਗੀ global skills ਦੀ and ਇਹ strategy ਵਿੱਚ ਕਾਫੀ work permit options ਹੁੰਦੇ ਨੇ we don't know actually ਕਿ actual plan the ਹੁਣ ਉਹ actually ਕੀ ਬਣੂਗੀ but
the government has said कि हुन ओ थोड़ा जो हुन सोच के high level, high wage, high skilled work ओ बुलाने की कोशिश करेंगे कोई नवा शायद solutions होंगे या नवा programs you know I hope कि कोई business immigration जो इतने entrepreneurs हैं ने जो इतने अपना business शुरू करवाना चाहते हैं expand करवाना चाहते हैं उन्होंने लिए कोई option बन सकती है क्योंकि जितने outside of immigration, right? Obviously, many know कि the Liberal Party ने यही भी समझाया था कि उन्होंने platform ਦੇ ਵਿੱਚ कि काफी ਹੁਣ spending increases ਉਹ ਸੋਚਦੇ ਨੇ ਕਿ ਅਸੀਂ basically ਪਹਿਲੇ ਅਸੀਂ ਕਾਫੀ investment ਕਰਵਾਉਣਾ ਸਾਡੇ economy ਦੇ ਵਿੱਚ so ਜੇ ਇਹ investment ਹੋ ਰਿਹਾ hopefully there's space to bring outside good, let me say, good outside businesses, not just ਕਿ ਅਸੀਂ ਹੁਣ subway ਨੂੰ ਭੇਜ ਕੇ ਕਿਸੇ ਨੂੰ LMI through work permit you know कोई स्कीम बनाने की कोशिश जो बंदे होंदे ने ओनर ऑपरेटर LMI एक बार एक प्रोग्राम होंदा सी बहुत चलदा सी पर उन्होंने काफ़ी चेंज करवाया but real proper industry right काफ़ी लोग है कि I can tell you मैं पिछले साल Southeast Asia almost 11 बार उत्थे गया सी with the federal government and the provincial government and उत्थे ਅਸੀਂ काफ़ी हुन not just exploration but गल्लां भी सुनिया सी and काफ़ी interest हैगी internationally कि लोग इतने इन्वेस्ट करना चाहते हैं and it's not that हर बंदे हुन immigration भी चाहते हैं actually a lot of people don't want immigration but फिर भी जो बंदे ये सोचते हैं कि शायद यार असी you know work permit दी application कितना बना सकते हैं या बाद में कोई PR दा रास्ता है कि जे असी you know इन्ने millions of dollars invest करके jobs बना के right इतने tax भर के कोई options है कि नहीं I think it's time to start thinking about bringing that program back क्योंकि एक बार ये होंदा सी इतना ਤੇ ਇੱਕ ਹੋਰ ਸਟੋਰੀ ਸਾਹਿਬ ਦੱਸੋ ਕਿ ਹੁਣ ਇਹਨਾਂ ਦੇ ਕੋਲ ਕੋਈ ਪਲਾਨ ਹੈ ਜਿਹੜਾ ਪੇਰੈਂਟਸ ਗ੍ਰੈਂਡ ਪੇਰੈਂਟਸ ਦਾ ਸਪਾਊਸ ਕੈਟਾਗਰੀ ਜਾਂ ਫੈਮਿਲੀ ਰੂਈ ਕੋਈ 2020 ਤੋਂ ਬਾਅਦ ਤਾਂ ਗੱਲ ਹੀ ਨਹੀਂ ਹੋਈ ਕਿਸੇ ਦੀ yeah and now is a great time to revisit this I agree ਕਿ okay ਪਰ ਇਹਨਾਂ ਦੇ ਆਪਣੇ ਪਲੇਟਫਾਰਮ 'ਚ ਕੋਈ ਹੈ ਦਿੱਤਾ ਪਲਾਨ no not that I saw main of course French speaking ਤੇ ਫੋਕਸ ਹੁਣ ਕਾਫੀ ਹੁਣ ਚੱਲ ਰਿਹਾ ਲੈ ਹੁਣ ਮੇਰੇ ਗ੍ਰੈਂਡਫਾਦਰ ਆ ਉਹਨੂੰ ਫ੍ਰੈਂਚ ਸਿਖਾਵਾਂ ਹੁਣ ਮੈਂ I'm not gonna lie ਅਸੀਂ you know ਕਾਫੀ ਹੁਣ ਕੰਸਲਟੇਸ਼ਨਸ ਪਿਛਲੇ ਮਹੀਨੇ ਵਿੱਚ ਇਹੀ ਗੱਲ ਨਿਕਲਿਆ ਕਿ ਲੋਕ ਸਾਡੇ ਕਮਿਊਨਿਟੀ ਵਿੱਚ ਉਹ ਕੋਸ਼ਿਸ਼ ਕਰ ਰਹੇ ਨੇ ਫ੍ਰੈਂਚ ਸਿੱਖਣ ਦੀ ਦੈਟਸ ਗੁੱਡ ਇਟਸ ਇੰਟਰਸਟਿੰਗ ਕਿਉਂਕਿ ਨਹੀਂ ਇਹ ਚੰਗੀ ਗੱਲ ਆ ਲੋਕ ਕਾਫੀ ਸੀਰੀਅਸ ਹੈਗੇ ਨੇ ਕਿਉਂਕਿ ਫ੍ਰੈਂਚ ਸਪੀਕਿੰਗ ਦਾ ਜੋ ਹੁਣ ਡਰਾਜ਼ ਨਿਕਲ ਰਹੇ ਨੇ ਇਟਸ ਅ ਲੋਟ ਅੱਛਾ ਜੀ ਮੈਜੋਰਿਟੀ ਫ੍ਰੈਂਚ ਜਾਂ provincial nominee program through जो बंदे नु nominations मिलता JSC express entry system देख रहे हैं it's primarily focused on those two categories right now I think outside of you know जो economic immigration होंदी है काफी हुन focus deportation ते उत्ते हुन बन रही है there's a lot of investment I think there will be more investment दूजे पासे जो refugee claimants है ने जो हुन refugee claims ਉਹ ਹਾਰ ਰਹੇ ਨੇ ਛੇਤੀ ਨਿਕਾਲਣ ਦਾ ਕੋਸ਼ਿਸ਼ ਇਹ ਸਿਸਟਮਸ ਹੁਣ ਬਣ ਰਹੇ ਨੇ I can tell you from experience and I think ਹੁਣ ਕੁਬੈਕ ਤੇ ਅੱਗੇ ਕਾਫੀ ਫੋਕਸ ਵੀ ਹੈਗੇ ਕਿ ਉਹਦੇ ਨਾਲ ਕੋਈ ਰਿਸ਼ਤਾ ਪ੍ਰੋਪਰ ਕੋਈ ਰਿਸ਼ਤਾ ਜਾਂ ਕੋਈ ਸਿਸਟਮ ਬਣਾਉਣਾ ਚਾਹੀਦਾ ਕਿਉਂਕਿ ਕੁਬੈਕ ਦੇ ਵਿੱਚ ਉਹ ਬੇਸਿਕ ਕੋਈ ਬਿਲਕੁਲ ਅਲੱਗ ਸਿਸਟਮ ਚੱਲਦੀ ਹੈ ਜੀ ਤੇ ਇਸ ਤੋਂ ਜਿਹੜੀ ਇਲਾਵਾ ਗੱਲ ਅਸੀਂ ਕਰਨੀ ਸੀਗੀ ਜਿਹੜੇ ਅਸਾਈਲਮ ਸੀਕਰਸ ਵਾਸਤੇ ਰੈਫਿਊਜੀਜ਼ ਵਾਸਤੇ ਜਿਹੜੀ ਲੀਗਲ ਏਡ ਦਾ ਸਿਸਟਮ ਸੀਗਾ ਇਹਨਾਂ ਦਾ ਉਹਦੇ ਵਾਸਤੇ ਵੀ ਕੋਈ ਪਲਾਨ ਹੈ ਜੀ seems like it so ਹਰ ਪ੍ਰੋਵਿੰਸ ਦੇ ਵਿੱਚ ਇੱਕ ਲੀਗਲ ਏਡ ਸਿਸਟਮ ਹੁੰਦਾ ਲੀਗਲ ਏਡ ਬੇਸਿਕ ਉਸ ਬੰਦੇ ਦੇ ਲਈ ਹੈਗੇ ਨੇ ਜਿਹਨਾਂ ਕੋਲ ਪ੍ਰੋਪਰ ਮੇਬੀ ਫਾਈਨੈਂਸ਼ੀਅਲ ਲੋ ਇਨਕਮ ਫੈਮਲੀਜ਼ ਜਾਂ ਕੋਈ ਦੂਜਾ ਸਿਚੁਏਸ਼ਨ ਹੋ ਸਕਦੀ ਹੈ ਬਟ ਦੇ ਬੇਸਿਕ ਕੈਨੋਟ ਅਫੋਰਡ ਅ ਲਾਇਰ the legal aid system ਹੁੰਦੀ ਹੈ as a solution access to justice and ਹਰ province ਵਿੱਚ ਆਪਣਾ system ਚੱਲਦੀ ਹੈ it's not like ਪੂਰਾ ਦੇਸ਼ ਵਿੱਚ ਇੱਕ system ਚੱਲ ਰਿਹਾ ਹਰ province ਵਿੱਚ ਅਲੱਗ-ਅਲੱਗ systems ਹੁੰਦੇ ਨੇ ਅਲੱਗ-ਅਲੱਗ programs ਤੇ ਮਦਦ ਉਹ ਕਰਦੇ ਨੇ ਅਲੱਗ-ਅਲੱਗ ਫੰਡਿੰਗ ਵੀ ਹੁੰਦੀ ਹੈ ਮਤਲਬ ਕਿਸ ਜਗ੍ਹਾ ਤੇ ਜੋ provinces ਹੁੰਦੇ ਨੇ ਉਹ ਮੇਨ ਫੰਡਰ ਬਣਦੇ ਨੇ ਉਹ ਪੈਸੇ ਮੇਨ ਪੈਸੇ province ਤੋਂ ਆਉਂਦੇ ਆ so it's interesting because I know federal government ਵਿੱਚ ਇੱਕ budget ਹੁੰਦੀ ਹੈ legal aid ਵਾਸਤੇ so it seems like ਕਿ ਹੁਣ federal government ਇਹ ਨਿਸ਼ਾਨ ਦੇ ਰਹੇ ਨੇ ਕਿ at some point there will be specific funding ਬਸ ਇਹ legal aid programs ਦੇ ਦੇ ਜਿੱਥੇ ਜੋ asylum seekers ਹੈਗੇ ਨੇ ਉਹਨਾਂ ਦੇ ਲਈ ਕੋਈ ਮਦਦ ਹੋਗਾ ਕਿਉਂਕਿ look this is a reality
because of many reasons. But ਸਾਡੇ ਹੁਣ ਜੋ refugee system ਹੈਗੀ ਆ, I can tell you that's almost 3 lakh backlog ਚੱਲ ਰਹੀ ਆ. That's 3 ਲੱਖ 300,000 Wow. applications, and that is really bad. ਕਿਉਂਕਿ ਕੀ ਹੁੰਦਾ ਕਿ ਜੇ ਅਸੀਂ ਉੱਥੇ ਹੁਣ ਸੋਚਦੇ ਨੇ ਕਿ ਓਕੇ refugee system ਦੇ ਵਿੱਚ ਇੰਨੇ ਸਾਰੇ ਬੰਦੇ applications ਬਣਾ ਰਹੇ ਨੇ, ਇੰਨਾ ਵੱਡਾ backlog ਬਣ ਗਿਆ. Now the refugee program is controlled by immigration, IRCC. ਅਸੀਂ ਇਹ ਵੀ ਗੱਲ ਜਾਣਦੇ ਨੇ ਕਿ ਸਰਕਾਰ ਨੇ IRCC ਦੇ ਵਿੱਚ almost 3,000 ਬੰਦੇ ਦਾ ਨੂੰ ਛੱਡਤਾ ਜੋ ਉੱਥੇ ਕੰਮ ਕਰਦੇ ਨੇ. 3,300 jobs are going to be gone. So ਨਾ locally ਇੰਨਾ ਜ਼ਿਆਦਾ manpower ਹੋ ਸਕਦਾ to manage all the claims, ਕਿਉਂਕਿ ਸ਼ੁਰੂ ਗੱਲ immigration ਨਾਲ ਸ਼ੁਰੂ ਹੁੰਦੀ ਹੈ, then eventually ਉਹ immigration refugee board ਦੇ ਕੋਲ ਜਾਂਦੀ ਆ. But that's a lot of people that need to be processed, right? So the refugee system is very back. ਜੋ federal court ਹੈਗੇ ਜਿੱਥੇ ਅਸੀਂ visitor visas, temporary work permits ਜਾਂ study permit applications, the refusals ਅਸੀਂ appeal ਕਰਦੇ ਨੇ, ਉੱਥੇ almost 30,000 backlog ਚੱਲ ਰਿਹਾ, which is also very big. Yeah. It's 24 to 30,000. It's huge. So this is the world of litigation, really. ਜਿੱਥੇ ਲੋਕ ਸਰਕਾਰ ਦੇ ਨਾਲ ਕੋਈ ਤਰੀਕੇ ਨਾਲ ਲੜਾਈ ਸ਼ੁਰੂ ਕਰਦੇ ਨੇ, ਉਹ ਸਾਰੇ ਜਗ੍ਹਾ ਤੇ ਹੁਣ ਕਾਫੀ backlogs ਚੱਲ ਰਹੇ ਨੇ. And I can tell you that because we do a lot of work in those spaces. Main ਕੰਮ ਇਹੀ ਹੁੰਦਾ ਅੱਜ ਕੱਲ੍ਹ ਸਾਡੇ ਆਫਿਸ ਵਿੱਚ ਕਿ ਫੈਡਰਲ ਕੋਰਟ ਦੇ ਵਿੱਚ ਅਪੀਲ ਲਾਉਣਾ ਚਾਹੀਦਾ, ਜਾਂ ਸਪਾਊਸਲ ਸਪਾਂਸਰਸ਼ਿਪ ਤੇ ਅਪੀਲ ਲਾਉਣਾ ਚਾਹੀਦਾ, ਜਾਂ ਡਿਪੋਰਟੇਸ਼ਨ ਦਾ ਹੁਣ ਗੱਲਾਂ ਸ਼ੁਰੂ ਹੋ ਗਏ, ਮਿਸਰੈਪ੍ਰੈਜ਼ੈਂਟੇਸ਼ਨ, ਇਹ ਸਾਰੇ ਗੱਲਾਂ ਸਾਰਾ ਦਿਨ ਇਹੀ ਅਸੀਂ ਕਰ ਰਹੇ ਨੇ ਹੁਣ. ਜੀ ਇੱਕ ਹੋਰ ਜਿਹੜਾ ਇਹਨਾਂ ਨੇ ਟਾਰਗੇਟ ਰੱਖਿਆ ਜੀ, ਜਾਂ ਇਹਨਾਂ ਦੇ ਏਮ ਹੈਗਾ ਆ ਕਿ 12% ਟਾਰਗੇਟ ਇਸਟੈਬਲਿਸ਼ ਕਰਨਾ ਹੈ ਫਰੈਂਕੋਫੋਨ ਇਮੀਗ੍ਰੇਸ਼ਨ ਦਾ ਆਊਟਸਾਈਡ ਆਫ ਕੁਬੈਕ ਬਾਈ 2029. 5 ਸਾਲਾਂ ਦੇ ਵਿੱਚ, 4 ਸਾਲ ਦੇ ਵਿੱਚ 12% ਟਾਰਗੇਟ ਫਰੈਂਕੋਫੋਨ ਦਾ ਆਊਟਸਾਈਡ ਆਫ ਕਿਊਬੈਕ ਰੱਖਣਾ. ਤਾਂ ਮਤਲਬ ਬਾਕੀ ਪਾਸੇ ਵੀ ਹੁਣ ਫਰੈਂਚ ਆਉਣਗੇ. Yeah, I think there have been some interesting programs over the years. ਜਿੱਥੇ French-speaking population ਤੇ ਇੱਕ primary focus ਹੁਣ ਬਣ ਗਿਆ ਸੀ. ਜੀ. Rural programs ਜਾਂ ਜੋ ਵੀ ਗੱਲਾਂ. And again, ਜੇ ਅਸੀਂ ਹੁਣ ਅੱਜ ਪਿਛੇ 3 ਮਹੀਨੇ, let's just say from January until now, today, May, ਜੇ ਅਸੀਂ express entry draws ਦੇਖਦੇ ਨੇ, they are giving thousands and thousands and thousands of selection to francophone speaking populations. Ek draw category hai ge French speaking. Ji. So it's very clear ke hun kafi vadda hun priority ban gaya. 12% is a lot. Yeah. That's a lot of people. And again, it lag raha hun seriously eh gal le rahe ne, and the French is going to go a long way. ਜੇ ਤੁਸੀਂ ਸਿਲੈਕਸ਼ਨ ਦੇ ਬਾਰੇ ਸੋਚਦੇ ਨੇ ਹੁਣ. ਇੰਟਰਨੈਸ਼ਨਲ ਸਟੂਡੈਂਟਸ ਨੂੰ ਕੋਈ ਸਾਈ ਆਫ ਰਿਲੀਫ ਲੈਣ ਨੂੰ ਮਿਲੇਗਾ? Ask me next month. Oh, teri. I've been saying this a lot. So ਅਸੀਂ ਕਾਫੀ ਹੁਣ events ਦੇ ਵਿੱਚ ਗੱਲ ਕਰਦੇ ਨੇ ਜਿੱਥੇ ਅਸੀਂ information sessions, workshops, ਸਾਰਾ ਕੁਝ ਕਰਦੇ ਨੇ. I'm saying the same thing everywhere right now. And now we're after the election. So ਗੱਲ ਬਹੁਤ ਕਲੀਅਰ ਹੈ ਕਿ ਜੇ ਤੁਸੀਂ ਇੱਥੇ ਹੁਣ ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟ ਹੈਗੇ ਨੇ, ਜਾਂ ਤੁਸੀਂ ਵਰਕ ਪਰਮਿਟ ਤੇ ਹੈਗੇ ਨੇ, closed work permit I should say, it's a reality now ਕਿ ਅਸੀਂ ਅੱਗੇ predict ਨਹੀਂ ਕਰ ਸਕਦੇ ਨੇ ਕਿ ਕਿਸ ਤਰੀਕੇ ਨਾਲ ਕਿਸੇ ਨੂੰ PR ਮਿਲ ਸਕਦੀ ਹੈ. Before ਇਹ ਬਹੁਤ ਸਾਫ਼ ਗੱਲ ਸੀ, study, work, 1 year, nomination, PR. Yeah. ਬਹੁਤ ਸਿੰਪਲ ਗੱਲ ਸੀ. ਹੁਣ ਇਹ ਟੁੱਟ ਗਿਆ ਸਾਰਾ ਕੁਝ. ਬਿਲਕੁਲ. And we'll see because federal government ਇਹ ਵੀ ਇਸ਼ਾਰਾ ਦਿੱਤਾ ਸੀ ਕਿ ਅਸੀਂ provinces ਦੇ ਨਾਲ ਹੋਰ ਕੰਮ ਕਰਨਾ ਚਾਹੁੰਦੇ ਨੇ. So ਜੇ ਪਿਛਲੇ ਸਾਲ 10,000 ਜਗ੍ਹਾ ਹੈਗੇ ਸੀ nominations ਦੇ ਵਿੱਚ Alberta ਦੇ ਵਿੱਚ, ਫਿਰ ਇਸ ਸਾਲ 5,000 ਬਣ ਗਏ. At the same time 50,000 ਲੋਕ ਹੈਗੇ ਨੇ queue ਦੇ ਵਿੱਚ. ਮੇਰਾ ਸੋਚ ਇਹ ਹੈਗੀ ਕਿ they will go back to the provinces and increase their numbers. ਉਹ ਕਹਾਂਗੇ ਕਿ ਦੇਖੋ ਅਸੀਂ ਤੁਹਾਡਾ ਜੋ ਵੀ cap ਸੀ ਅਸੀਂ ਉਹਨੂੰ ਹੋਰ ਬਣਾਉਣਾ ਚਾਹੁੰਦੇ ਨੇ. ਜੀ. But at the same time, I think ਇਹ ਬਹੁਤ heavy shift ਹੋ ਰਿਹਾ ਸਾਡੇ immigration systems ਦੇ ਵਿੱਚ. We are becoming like the US.
like the UK, like Australia, जिथे specifically जो लोग maybe high wage ਦੇ ਵਿੱਚ ਕੰਮ ਕਰ ਰਹੇ ਨੇ, high skilled ਕੰਮ ਕਰ ਰਹੇ ਨੇ, ਉਹਨਾਂ ਨੂੰ ਥੋੜਾ ਜਿਹਾ ਹੋਰ ਫਾਇਦਾ ਮਿਲ ਸਕਦੀ ਹੈ ਸਿਸਟਮ ਦੇ ਵਿੱਚ ਜੀ for permanent residency, ਜੇ ਉਹ ਆਪਣੇ ਫੈਮਿਲੀ ਨੂੰ ਇੱਥੇ ਬੁਲਾਉਣਾ ਚਾਹੁੰਦੇ ਨੇ. The same thing with education. ਜੇ ਕੋਈ ਇੱਥੇ diploma course ਕਰਨਾ ਚਾਹੁੰਦੇ ਨੇ, right, then I don't think they're going to get any benefits anymore. ਤੁਸੀਂ ਇੱਥੇ ਆ ਕੇ 2 ਸਾਲ ਦਾ ਡਿਪਲੋਮਾ ਖਤਮ ਕਰ ਲਓ, ਉਸ ਤੋਂ ਬਾਅਦ ਸ਼ਾਇਦ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਿਲ ਸਕਦੀ ਹੈ, as long as ਤੁਸੀਂ ਪ੍ਰੋਪਰ ਫੀਲਡ ਵਿੱਚ ਸਟੱਡੀ ਕਰਦੇ ਨੇ. ਫਿਰ ਉਸ ਤੋਂ ਬਾਅਦ now permanent residency, like it's a very different conversation. And Yeah. I'm not trying to be doom and gloom. yeah I think it's important ਕਿ ਲੋਕ ਨੂੰ ਇਹ ਗੱਲ ਸਮਝ ਆਉਣਾ ਚਾਹੀਦਾ, ਕਿਉਂਕਿ ਕਾਫੀ ਲੋਕ ਦੂਜੇ ਲੋਕ ਹੁੰਦੇ ਨੇ ਜੋ ਇਸ ਸਿਚੁਏਸ਼ਨ ਦਾ ਹੁਣ ਫਾਇਦਾ ਉਠਾਉਣਾ ਚਾਹੁੰਦੇ ਨੇ. exactly ਬੰਦੇ yeah ਨੂੰ ਸੁਪਨੇ ਉਹ ਭੇਜਦੇ ਨੇ ਜੀ, ਕਿ ਜੀ। ਦੇਖੋ this is don't worry ਕੋਈ ਨਾ ਹੋ ਜਾਊਗਾ, ਕੋਈ ਟੈਨਸ਼ਨ ਨਹੀਂ, and then ਲੋਕ ਫਸਦੇ ਨੇ, right? ਬਿਲਕੁਲ ਠੀਕ, ਉਹਨਾਂ ਤੋਂ ਬਚਣ ਦੀ ਵੀ ਜ਼ਰੂਰਤ ਹੈ. 100%. So now it's time just to thank you. My pleasure. Thank you very much for joining us. ਤੇ ਨੈਕਸਟ ਟਾਈਮ ਆਪਾਂ ਕੁਐਸਚਨਸ ਵੀ ਲਵਾਂਗੇ, ਤਾਂ ਮੈਨੂੰ ਲੱਗਦਾ ਉਦੋਂ ਤੱਕ ਸਰਕਾਰ ਬਣ ਜਾਏਗੀ. Yeah, ਤਾਂ 100%. we will have a new immigration minister, ਫਿਰ ਦੇਖਦੇ ਹਾਂ ਕੀ ਬਣਦਾ. Absolutely. Thank you again. ਥੈਂਕ ਯੂ ਵੈਰੀ ਮਚ. ਤੇ ਅੱਜ ਦਾ ਪ੍ਰੋਗਰਾਮ ਜੀ ਖਤਮ ਕਰਨ ਦੀ ਆਗਿਆ ਦਿਓ. ਕੱਲ ਹੋਏਗੀ ਮੁਲਾਕਾਤ. ਤੁਹਾਡਾ ਸਾਡਾ ਰੱਬ ਰਾਖਾ ਜੀ.